Bhai Khan Singh Nabha Institute of Management and Human Resource Development and Guru Ramdas आर्थिक विकास केंद्र गुरु गोबिंद सिंह स्टडी सर्कल ਵੱਲੋਂ ਦੇਗ ਤੇਗ ਫਤਿਹ ਸਿੱਖ ਸਮਾਜਿਕ ਆਰਥਿਕ ਏਜੰਡੇ ਦੀ ਨਿਸ਼ਾਨਦੇਹੀ ਵਿਸ਼ੇ ਦੇ ਉੱਪਰ ਹੋਏ ਵੈਬੀਨਾਰ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਨਾਲ ਹੋਏ ਸਵਾਲ ਜਵਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਭਾਈ ਕਾਹਨ ਸਿੰਘ ਨਾਭਾ ਇੰਸਟੀਚਿਊਟ ਫਾਰ ਹਿਊਮਨ ਰਿਸੋਰਸ ਡਿਵੈਲਪਮੈਂਟ ਅਤੇ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ ਵੱਲੋਂ ਅਸੀਂ ਅੱਜ ਇੱਕ ਵੈਬੀਨਾਰ ਕਰਨ ਜਾ ਰਹੇ ਹਾਂ। ਇਸ ਵੈਬੀਨਾਰ ਦਾ ਮਕਸਦ ਜਿਹੜਾ ਇਹ ਹੈ ਕਿ ਦੇਗ ਤੇਗ ਫਤਿਹ ਜਿਹੜਾ ਵਿਸ਼ਾ ਹੈ ਉਹਦੇ ਮੁਤਾਬਕ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਸਮਾਜਿਕ ਅਤੇ ਆਰਥਿਕ ਏਜੰਡਾ ਕੀ ਹੋਵੇ, ਉਹਦੀ ਨਿਸ਼ਾਨਦੇਹੀ ਕਿਸ ਤਰ੍ਹਾਂ ਕੀਤੀ ਜਾਵੇ, ਇਹ ਅਸੀਂ ਵਿਸ਼ਾ ਜਿਹੜਾ ਹੈ ਇਹਦੀ ਚੋਣ ਕੀਤੀ ਹੈ ਭਾਈ ਕਾਹਨ ਸਿੰਘ ਨਾਭਾ ਇੰਸਟੀਚਿਊਟ ਵੱਲੋਂ। ਔਰ ਇਹ ਹੈ ਦੇਗ ਤੇਗ ਫਤਿਹ ਡਿਫਾਈਨਿੰਗ ਦਾ ਸਿੱਖ ਸੋਸ਼ੋ ਇਕਨੋਮਿਕ ਏਜੰਡਾ। ਮਕਸਦ ਇਹ ਹੈ ਕਿ ਜਿਹੜੇ ਸਾਰੀ ਦੁਨੀਆ 'ਚ ਸਾਡੇ ਜਿਹੜੇ ਸਿੱਖ ਰਹਿ ਰਹੇ ਨੇ ਉਹਨਾਂ ਦੀ ਸਮਾਜਿਕ ਤੌਰ 'ਤੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਆਰਥਿਕ ਸਮੱਸਿਆਵਾਂ ਹੈ, ਇਹਨਾਂ ਦੋਨਾਂ ਸਮੱਸਿਆ ਦੇ ਪੂਰਵਕ ਜਿਹੜਾ ਗੁਰੂ ਸਾਹਿਬ ਦਾ ਸਲੋਗਨ ਹੈ ਕਿ ਦੇਗ ਤੇਗ ਫਤਿਹ, ਅਸੀਂ ਰੋਜ਼ ਅਰਦਾਸ ਵਿੱਚ ਵੀ ਰੋਜ਼ ਸਿੱਖ ਜਿਹੜਾ 2 ਟਾਈਮ ਇਹ ਅਰਦਾਸ ਕਰਦਾ ਹੈ ਕਿ ਸਿੱਖਾਂ ਦੀ ਦੇਗ ਤੇਗ ਫਤਿਹ ਹੋਵੇ। ਉਹਦੀ ਲਾਈਟ ਦੇ ਵਿੱਚ ਅਸੀਂ ਅੱਜ ਇੱਕ ਸੈਮੀਨਾਰ ਰੱਖਿਆ, ਅੱਜ ਇਹਦਾ ਵੈਬੀਨਾਰ ਰੱਖਿਆ। ਔਰ ਅਸੀਂ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਇਸ ਵਿਸ਼ੇ 'ਤੇ ਆਪਣੀ ਗੱਲ ਕਰੋ। ਅਤੇ ਕੇਵਲ ਅੱਜ ਉਹਨਾਂ ਨੇ ਹੀ ਬੋਲਣਾ ਹੈ ਅਤੇ ਇਸ ਵਿਸ਼ੇ 'ਤੇ ਉਹਨਾਂ ਨੇ ਭਰਪੂਰ ਜਾਣਕਾਰੀ ਦੇਣੀ ਹੈ ਕਿ ਸਿੱਖ ਸਿਧਾਂਤਾਂ ਮੁਤਾਬਕ, ਸਿੱਖ ਵੇ ਆਫ ਲਾਈਫ ਦੇ ਮੁਤਾਬਕ ਹਿਸਟੋਰੀਕਲੀ ਜਿਹੜਾ ਦੇਗ ਤੇਗ ਹੈ ਇਹਦਾ ਕੀ ਮਤਲਬ ਹੈ ਅਤੇ ਇਹਦਾ ਸਾਰਥਕ ਜਾਂ ਪ੍ਰੈਕਟੀਕਲ ਆਸਪੈਕਟ ਸਾਡੇ ਸਿੱਖਾਂ ਵਾਸਤੇ ਕੀ ਹੈ। ਕਿਉਂਕਿ ਦੁਨੀਆ ਦੀਆਂ ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ, ਮੈਂ ਮਹਿਸੂਸ ਕਰਦਾ ਕਿ ਜਿਹੜੀ ਦੇਗ ਦੀ ਫਤਿਹ ਅਤੇ ਜਿਹੜੀ ਤੇਗ ਦੀ ਫਤਿਹ, ਇਹ ਦੋ ਜਿਹੜੀਆਂ ਕਨਸੈਪਟ ਹੈਗੀਆਂ ਇਹ ਹੋਰ ਵਿਚਾਰਧਾਰਾਵਾਂ 'ਚ ਨਹੀਂ ਮਿਲਦੀਆਂ। ਔਰ ਸਾਨੂੰ ਜਿਹੜਾ ਭਾਈ ਕਾਹਨ ਸਿੰਘ ਨਾਭਾ ਜਾਂ ਹੋਰ ਜਿਹੜੇ ਸਾਰੇ ਰਾਈਟਰਸ ਹੈਗੇ ਉਹਨਾਂ ਨੇ ਇਹਨੂੰ ਡਿਫਾਈਨ ਕੀਤਾ ਅਤੇ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਅੱਜ ਇਹ ਵਿਸ਼ੇ 'ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਗੱਲ ਕਰਨਗੇ ਔਰ ਇਸ ਵਿਸ਼ੇ ਨੂੰ ਜਸਟੀਫਾਈ ਕਰਨਗੇ। ਔਰ ਨਾਲ ਦੀ ਨਾਲ ਸਾਡੇ, ਕਿਉਂਕਿ ਅੱਜ ਕਰੀਬ 300-400 ਦੇ ਕਰੀਬ ਸਾਡੇ ਵਿਦਵਾਨ, ਪ੍ਰੋਫੈਸਰ, ਪ੍ਰਿੰਸੀਪਲ, ਸਾਡੇ ਸਟੂਡੈਂਟਸ, ਸਾਡੇ ਜਿਹੜੇ ਕਾਰਜਕਰਤਾ ਉਹ ਸਾਰੇ ਜੁੜਨਗੇ ਔਰ ਉਹਨਾਂ ਨੇ ਕਾਫੀ ਜੁੜ ਵੀ ਚੁੱਕੇ ਆ। ਤਾਂ ਉਹਨਾਂ ਨੇ ਇਸ ਵਿਸ਼ੇ ਨੂੰ ਸੁਣਨ ਤੋਂ ਬਾਅਦ ਉਹਨਾਂ ਦੀ ਇੱਛਾ ਸੀ ਕਿ ਅਸੀਂ ਕੁਝ ਸਵਾਲ ਵੀ ਸਿੰਘ ਸਾਹਿਬ ਨੂੰ ਕਰੀਏ, ਕੁਝ ਵਿਸ਼ੇ ਬਾਰੇ ਸਵਾਲ ਹੋਣ, ਕੁਝ ਸਵਾਲ ਜਿਹੜੇ ਅਕਾਲ ਤਖਤ ਸੈਕਟਰੀ ਬਾਰੇ ਹੋਣ, ਕੁਝ ਸਵਾਲ ਅਕਾਲ ਤਖਤ ਸਾਹਿਬ ਦੀ ਵਰਕਿੰਗ ਬਾਰੇ ਹੋਣ, ਕੁਝ ਸਵਾਲ ਜਿਹੜੇ ਅਕਾਲ ਤਖਤ ਸਾਹਿਬ 'ਤੇ ਕਿਸ ਤਰੀਕੇ ਨਾਲ ਐਡਵਾਈਜ਼ਰੀ ਬੋਰਡ ਬਣਨ। ਕਿਉਂਕਿ ਪਹਿਲੀ ਵਾਰੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਬਹੁਤ ਪੜ੍ਹੇ ਲਿਖੇ ਸੁਲਝੇ ਹੋਏ ਵਿਅਕਤੀ ਆਏ। ਸੋ ਉਹਨਾਂ ਨੇ ਜਿੰਨਾ ਜਿਹੜੇ 2 ਸਾਲ ਆਪਣੀ ਕਾਰਜਕਾਰੀ ਦਿਖਾਈ ਹੈ ਉਹਦੇ ਤਹਿਤ ਦੁਨੀਆ ਦੇ ਸਾਰੇ ਸਿੱਖਾਂ ਦੀ ਜਿਹੜੀ ਉਹਨਾਂ 'ਤੇ ਬਹੁਤ ਜ਼ਿਆਦਾ ਜਿਹੜੀ ਉਮੀਦ ਵੱਧ ਗਈ ਹੈ। ਸੋ ਅੱਜ ਦਾ ਸੈਸ਼ਨ ਜਿੱਥੇ ਸਿੰਘ ਸਾਹਿਬ ਇਸ ਵਿਸ਼ੇ ਬਾਰੇ ਬੋਲਣਗੇ, ਉਹਦੇ ਨਾਲ ਨਾਲ ਜਿਹੜੇ ਸਾਡੇ ਨੌਜਵਾਨ ਉਹ ਕੁਐਸਚਨ ਆਨਸਰ ਵੀ ਕਰਨਗੇ, ਤਾਂ ਕਿ ਪਹਿਲੀ ਵਾਰੀ ਪਿਰਤ ਪਾਈ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਸਾਹਮਣੇ ਆਉਣਗੇ ਅਤੇ ਇੱਕ ਪਾਸੇ ਸਵਾਲ ਜਾਣੇ, ਇੱਕ ਪਾਸੇ ਜਵਾਬ ਆਉਣੇ। ਮੈਂ ਹੁਣ 2-4 ਸਿੰਘ ਤੁਹਾਡੀ ਆਗਿਆ ਦੇ ਨਾਲ 2-4-5 ਜਿਹੜੇ ਕੁਐਸਚਨ ਸਾਡੇ ਨੌਜਵਾਨ ਬੱਚਿਆਂ ਦੇ ਜਾਂ ਵਿਦਵਾਨਾਂ ਦੇ ਉਹ ਸਾਡੇ ਸਾਹਮਣੇ ਰੱਖਣ ਦੀ ਆਗਿਆ ਚਾਹਾਂਗਾ ਜੀ। ਆਗਿਆ ਸਿੰਘ ਸਾਹਿਬ ਜੀ। ਪਹਿਲੇ ਮੈਂ ਬੇਨਤੀ ਕਰਾਂਗਾ, ਸਾਡੇ ਇਸਰੋ ਦੇ ਵਿੱਚ ਬੈਂਗਲੌਰ ਦੇ ਵਿੱਚ ਸਾਡਾ ਜਿਹੜਾ HR ਸੈਟੇਲਾਈਟ ਹੈ ਉਹਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਹੈਗੇ ਨੇ ਹਰਮਿੰਦਰਪਾਲ ਸਿੰਘ, ਉਹ ਸਾਡੇ ਸਦਰਨ ਜ਼ੋਨ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ। ਉਹਨਾਂ ਨੇ ਮੈਨੂੰ ਮੈਸੇਜ ਪਾਇਆ ਸੀ ਕਿ ਮੈਂ ਇੱਕ ਵਿਚਾਰ ਰੱਖਣਾ ਚਾਹੁੰਦਾ, ਇੱਕ ਕੁਐਸਚਨ ਰੱਖਣਾ ਚਾਹੁੰਦਾ। ਮੈਂ ਬੇਨਤੀ ਕਰਾਂਗਾ ਕਿ ਉਹ ਕੇਵਲ 2 ਮਿੰਟ ਲਈ ਫਤਿਹ ਬੁਲਾ ਕੇ ਆਪਣਾ ਕੁਐਸਚਨ ਰੱਖਣ ਅਤੇ ਸਿੰਘ ਸਾਹਿਬ ਨਾਲ ਦੀ ਨਾਲ ਫਿਰ ਜਵਾਬ ਦੇ ਜਾਣਗੇ। ਸਰ ਹਰਮਿੰਦਰਪਾਲ ਸਿੰਘ ਜੀ, ਇਸਰੋ ਬੰਗਲੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰੀ ਪਿਛਲੇ 3 ਦਹਾਕਿਆਂ ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਜੁੜਿਆ ਹੋਇਆ ਹੈ। ਜੋ ਮੇਰਾ ਸਵਾਲ ਹੈ ਕਿ ਅੱਜ ਸਿੱਖ ਪੂਰੀ ਦੁਨੀਆ ਵਿੱਚ ਵਸਦੇ ਹਨ
और इंफॉर्मेशन टेक्नोलॉजी, सोशल मीडिया, ईमेल का जमाना है, श्री अकाल तख्त साहिब तक आम सिख की पहुंच नहीं है। ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਕੋਈ ਐਸਾ ਸਿਸਟਮ ਕਾਇਮ ਹੋ ਸਕਦਾ ਹੈ ਜਿੱਥੇ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਸਾਧਾਰਨ ਸਿੱਖ ਆਪਣਾ ਸੁਝਾਅ ਭੇਜ ਸਕੇ ਅਤੇ ਉਸ ਨੂੰ ਇਸ ਬਾਬਤ ਤਸੱਲੀ ਬਖਸ਼ ਜਵਾਬ ਜਾਂ ਹੁੰਗਾਰਾ ਵੀ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਬਹੁਤ ਵਧੀਆ ਸਵਾਲ ਹੈ। ਫਿਲਹਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਕੋਲ ਪ੍ਰੋਪਰ ਜਿਹੜਾ ਹੈ ਉਹ ਸੈਕਟਰੀਏਟ ਜਿਹੜਾ ਆਪਣਾ ਉਹ ਨਹੀਂ ਸੀ ਹੈਗਾ, ਲੇਕਿਨ ਸਾਡਾ ਜਿਹੜਾ ਇਨਫਰਾਸਟਰਕਚਰ ਜਿਹੜਾ ਹੈਗਾ ਉਹ ਬਹੁਤਾ ਵਧੀਆ ਨਹੀਂ ਸੀ। ਇਹ ਚੀਜ਼ ਅਸੀਂ ਮਹਿਸੂਸ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਦੁਨੀਆ ਭਰ ਦੇ, ਸੰਸਾਰ ਭਰ ਦੇ ਸਿੱਖਾਂ ਨੂੰ ਜੋੜਨਾ ਚਾਹੀਦਾ ਹੈ। ਦੁਨੀਆ ਭਰ ਦੇ ਸਿੱਖਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉੱਥੋਂ ਦੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਈਮੇਲ, ਵਟਸਐਪ ਰਾਹੀਂ ਭੇਜ ਸਕਣ, ਐਸਾ ਪ੍ਰਬੰਧ ਹੋਣਾ ਚਾਹੀਦਾ ਹੈ। ਇਹ ਐਸੇ ਪ੍ਰਬੰਧ ਲਈ ਸਭ ਤੋਂ ਪਹਿਲਾਂ ਜਿਹੜੀ ਲੋੜ ਹੁੰਦੀ ਹੈ, ਜ਼ਰੂਰਤ ਹੁੰਦੀ ਹੈ, ਉਹ ਇੱਕ ਬਿਲਡਿੰਗ ਦੀ ਹੁੰਦੀ ਹੈ, ਇਨਫਰਾਸਟਰਕਚਰ ਦੀ ਹੁੰਦੀ ਹੈ। ਅਸੀਂ ਉਹਨੂੰ ਬਣਾਉਣ ਵਾਸਤੇ ਜਿਹੜਾ ਸਭ ਤੋਂ ਪਹਿਲਾਂ ਯਤਨਸ਼ੀਲ ਹੋ ਰਹੇ ਹਾਂ। ਸਰਦਾਰ ਗੁਰਮੀਤ ਸਿੰਘ ਜੀ ਜਾਣਦੇ ਨੇ ਤੇ ਉਸ ਪਾਸੇ ਅਸੀਂ ਕਦਮ ਵਧਾ ਰਹੇ ਹਾਂ। ਨਕਸ਼ਾ ਵਗੈਰਾ ਅਸੀਂ ਤਿਆਰ ਕੀਤਾ ਹੈਗਾ, ਬੜਾ ਖੂਬਸੂਰਤ ਬਣਾ ਰਹੇ ਹਾਂ ਤੇ ਫਿਰ ਉਹਦੇ ਵਿੱਚ ਪ੍ਰੋਪਰ ਅਸੀਂ ਇਹ ਪ੍ਰਬੰਧ ਜਿਹੜਾ ਕਰਾਂਗੇ ਤੇ ਦੁਨੀਆ ਭਰ ਦੇ ਸਿੱਖ ਜਿਹੜੇ ਆ ਆਪਣੇ ਸੁਝਾਅ, ਆਪਣੀਆਂ ਜਿਹੜੀਆਂ ਕੋਈ ਪ੍ਰੋਬਲਮਸ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਾਂਝੀਆਂ ਕਰਨ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਅੱਗੋਂ ਚਿੰਤਕਾਂ ਦੇ ਨਾਲ ਸਾਂਝੀਆਂ ਕਰੇ ਤੇ ਫਿਰ ਉੱਥੋਂ ਸੁਜੈਸ਼ਨ ਲੈ ਕੇ ਜਿਹੜਾ ਹੈ ਉਹਨਾਂ ਨੂੰ ਉਹ ਦੱਸੇ ਕਿ ਇਸ ਤਰ੍ਹਾਂ ਹੋ ਸਕਦਾ ਹੈ। ਅਸੀਂ ਯਤਨਸ਼ੀਲ ਹਾਂ। ਧੰਨਵਾਦ ਜੀ, ਬਹੁਤ ਧੰਨਵਾਦ ਜੀ। ਮੈਂ ਥੋੜਾ ਸਪਲੀਮੈਂਟ ਕਰਾਂ ਕਿ ਸਿੰਘ ਸਾਹਿਬ ਨੇ ਮੈਨੂੰ ਕਿਤੇ ਦੱਸਿਆ ਸੀ ਕਿ ਜਿੱਥੇ ਹੁਣ ਅਕਾਲ ਤਖਤ ਦਾ ਸੈਕਟਰੀਏਟ ਹੈ ਉਹਦੇ ਬਿਲਕੁਲ ਸਾਹਮਣੇ ਜਿਹੜੀ ਖਾਲੀ ਜਗ੍ਹਾ ਪਈ ਹੈ ਉੱਥੇ ਬਹੁਤ ਸੁੰਦਰ ਅਕਾਲ ਤਖਤ ਦਾ ਸੈਕਟਰੀਏਟ ਬਣ ਰਿਹਾ ਹੈ। ਨਕਸ਼ੇ ਬਣ ਗਏ ਔਰ ਸ਼੍ਰੋਮਣੀ ਕਮੇਟੀ ਨੇ ਪ੍ਰਪੋਜ਼ਲ ਜਿਹੜੀ ਹੈ ਆਪਣੇ ਐਗਜ਼ੈਕਟਿਵ ਪਾਸ ਕਰਤੀ ਹੈ, ਉਹਦੀ ਕੰਸਟਰਕਸ਼ਨ ਸਟਾਰਟ ਹੋਣੀ ਹੈ ਔਰ ਬਹੁਤ ਵੱਡੇ ਵੱਡੇ ਮਹਾਂਪੁਰਖ ਜਿਹੜੇ ਤਿਆਰ ਬੈਠੇ ਆ ਸਿੰਘ ਸਾਹਿਬ ਨੂੰ ਬੇਨਤੀ ਕਰ ਰਹੇ ਕਿ ਸੇਵਾ ਸਾਨੂੰ ਦਿਓ ਤੇ ਲੱਗਦਾ ਕਿ ਛੇਤੀ ਸਾਰਾ ਕੁਝ ਹੋ ਜਾਏਗਾ। ਤੇ ਜੋ ਸੁਰਿੰਦਰਪਾਲ ਸਿੰਘ ਜੀ ਸਾਡੇ ਮਨ ਦੀ ਇੱਛਾ ਹੈ ਕਿ ਸੈਕਟਰੀਏਟ ਇਸ ਤਰ੍ਹਾਂ ਵਰਕ ਕਰੇ, ਪਾਤਸ਼ਾਹ ਕਿਰਪਾ ਕਰੇ ਉਸ ਨਹੀਂ ਹੋਏਗਾ। ਧੰਨਵਾਦ ਜੀ। ਮੈਂ ਹੁਣ ਬੇਨਤੀ ਕਰਾਂਗਾ ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਵਿਦਿਆਰਥੀ ਸਾਹ ਜਸਕੀਰਤ ਸਿੰਘ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਵਾਲ ਰੱਖਣ। ਸਿੰਘ ਸਾਹਿਬ ਦੀ ਜਨਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਜਦੋਂ ਆਪ ਜੀ ਦੇ ਇਸ ਸੈਮੀਨਾਰ ਦਾ ਮੈਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਨੌਜਵਾਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤੇ ਇੱਕ ਜਿਹੜਾ ਉਹਨਾਂ ਦਾ ਸਾਂਝਾ ਜਿਹਾ ਸਵਾਲ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ। ਉਹ ਸਵਾਲ ਹੈ ਜੀ ਕਿ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਗੋਲਕ ਦਾ ਕੁਝ ਹਿੱਸਾ ਐਜੂਕੇਸ਼ਨ ਤੇ ਖਰਚ ਕਰਨ ਲਈ ਕਈ ਵਾਰ ਸੰਦੇਸ਼ ਜਾਰੀ ਹੋ ਚੁੱਕੇ ਹਨ, ਪਰ ਜ਼ਮੀਨੀ ਪੱਧਰ ਤੇ ਤਰੱਕੀ ਹੋਈ ਹੋਵੇ ਜਾਂ ਸਾਰਥਕ ਨਤੀਜੇ ਨਿਕਲੇ ਹੁਣ ਐਸਾ ਨਜ਼ਰ ਨਹੀਂ ਆਉਂਦਾ। ਇਸ ਸੰਬੰਧੀ ਜ਼ਰੂਰ ਕੋਈ ਉਪਰਾਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੋਵੇਗਾ, ਇਸ ਬਾਰੇ ਆਪ ਦੀ ਜਾਣਕਾਰੀ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸਾਡੇ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਵਿੱਚ ਇੱਕੋ ਕੈਟਾਗਰੀ ਹੁੰਦੀ ਸੀ, ਪ੍ਰਚਾਰਕ ਵੀ ਉਹੀ ਹੁੰਦੇ ਸੀ ਤੇ ਪ੍ਰਬੰਧਕ ਵੀ ਉਹੀ ਹੁੰਦੇ ਸੀ। ਅੱਜ ਇਹ ਦੋ ਕੈਟਾਗਰੀਆਂ ਬਣ ਗਈਆਂ। ਪ੍ਰਚਾਰਕ ਕੈਟਾਗਰੀ ਜਿਹੜੀ ਵੱਖਰੀ ਹੋ ਗਈ, ਪ੍ਰਬੰਧਕੀ ਕੈਟਾਗਰੀ ਜਿਹੜੀ ਹੈ ਉਹ ਵੱਖਰੀ ਹੋ ਗਈ। ਹੌਲੀ ਹੌਲੀ ਅੱਗੇ ਸਮਾਂ ਚੱਲ ਕੇ ਜਿਹੜੀ ਪ੍ਰਬੰਧਕੀ ਸਾਡੀ ਕੈਟਾਗਰੀ ਹੈ ਉਹ ਪੰਥਕ ਸੂਝ ਸਮਝ ਤੋਂ ਸੱਖਣੀ ਹੋ ਗਈ। ਭਾਵੇਂ ਉਹ ਪਿੰਡ ਦੀ ਇੱਕ ਲੋਕਲ ਕਮੇਟੀ ਹੈ ਤੇ ਭਾਵੇਂ ਉਹ ਵੱਡੀਆਂ ਕਮੇਟੀਆਂ ਨੇ, ਉੱਥੇ ਜਿਹੜੇ ਪ੍ਰਬੰਧਕ ਨੇ ਉਹ ਸੂਝ ਸਮਝ ਜਿਹੜੀ ਹੈ, ਪੰਥਕ ਸੂਝ ਸਮਝ ਜਾਂ ਮਨੁੱਖਤਾ ਦੇ ਭਲੇ ਦਾ ਦਰਦ, ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਹੋ ਕਾਰਨ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਦੋ ਵਾਰ ਸੰਦੇਸ਼ ਦਿੱਤਾ ਗਿਆ ਔਰ ਇੱਕ ਵਾਰ ਆਦੇਸ਼ ਦਿੱਤਾ ਗਿਆ ਕਿ ਹਰ ਗੁਰਦੁਆਰਾ ਸਾਹਿਬ ਜਿਹੜਾ ਹੈ ਆਪਣੀ ਗੋਲਕ ਦਾ 5% ਜਾਂ 10% ਹਿੱਸਾ ਜਿਹੜਾ ਹੈਗਾ ਉਹ ਐਜੂਕੇਸ਼ਨ ਦੇ ਉੱਤੇ ਖਰਚ ਕਰੇ, ਲੋੜਵੰਦ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹਦੇ ਉੱਤੇ ਖਰਚ ਕਰੇ। ਕੁਛ ਗੁਰਦੁਆਰਾ ਕਮੇਟੀਆਂ ਨੇ ਹੁੰਗਾਰਾ ਵੀ ਭਰਿਆ ਹਾਂ ਪੱਖੀ, ਲੇਕਿਨ ਬਹੁਤਾਤ ਜਿਹੜੀ ਹੈ ਉਹਨਾਂ ਕਮੇਟੀਆਂ ਦੀ ਹੈ ਜਿਹੜੀਆਂ ਇਸ ਪੱਖੋਂ ਜਿਹੜਾ ਉਹ ਬੜੀਆਂ ਅਵੇਸਲੀਆਂ ਨੇ। ਕੋਈ ਆਪਣੇ ਬਜਟ ਦਾ ਹਵਾਲਾ ਦਿੰਦੀਆਂ ਨੇ, ਸਾਡਾ ਬਜਟ ਘੱਟ ਹੈ ਜੀ, ਸਾਡੇ ਖਰਚੇ ਜ਼ਿਆਦੇ ਨਹੀਂ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦੁਆਰਾ ਕਮੇਟੀਆਂ ਨੂੰ ਜਿਹੜਾ ਇਸ ਗੱਲ ਲਈ ਅਸੀਂ ਪਾਬੰਦ ਕਰੀਏ ਕਿ ਉਹ ਲੋੜਵੰਦ ਬੱਚਿਆਂ ਦੀ ਮਦਦ ਕਰਨ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਮੈਂ ਬੇਨਤੀ ਕਰਾਂਗਾ ਸਾਡੇ ਸਿੰਘ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਜਿਹੜਾ ਸਾਡਾ ਅਕੈਡਮਿਕ ਕੌਂਸਲ ਹੈ ਉਹਦੇ 'ਚ 500 ਤੋਂ ਜ਼ਿਆਦਾ ਅਸੀਂ ਪ੍ਰਿੰਸੀਪਲ ਟੀਚਰ ਜਿਹੜੇ ਆ ਐਨਰੋਲ ਕੀਤੇ ਆ। ਉਹਨਾਂ ਸਾਰਿਆਂ ਨੂੰ ਜਿਹੜਾ ਦੇਖ ਰਹੇ ਹਨ ਸਰ ਗੁਰਪ੍ਰੀਤ ਸਿੰਘ ਜੀ, ਸਾਡੇ ਡਿਪਟੀ ਚੀਫ ਆਰਗੇਨਾਈਜ਼ਰ ਹੈਗੇ ਮੁਕਤਸਰ ਤੋਂ, ਉਹਨਾਂ ਨੂੰ ਬੇਨਤੀ ਕਰਾਂ ਉਹ ਜੇ ਬੈਠੇ ਨੇ, ਉਹਨੇ ਹੱਥ ਖੜਾ ਕੀਤਾ
ਉਹਨਾਂ ਨੂੰ ਬੇਨਤੀ ਹੈ ਕਿ ਜੇ ਉਹਨਾਂ ਦਾ ਸਵਾਲ ਹੈ ਉਹ ਪੇਸ਼ ਕਰ ਸਕਣ। ਸਰ ਗੁਰਪ੍ਰੀਤ ਸਿੰਘ ਜੀ, ਮੁਕਤਸਰ ਅਕੈਡਮਿਕ ਕਾਉਂਸਲ ਸਟੱਡੀ ਸਰਕਲ। ਦੇਖਣਾ ਮਤਲਬ ਜੀ ਹੈਗੇ ਨਾ ਸਰ ਗੁਰਪ੍ਰੀਤ ਸਿੰਘ ਜੀ। ਹੈਲੋ, ਹੋ ਗਿਆ ਜੀ ਮਾਈਕ। ਬੋਲੋ ਬੋਲੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਬੜਾ ਆਨੰਦ ਆ ਰਿਹਾ ਜੀ। ਤੇ ਛੋਟੀ ਜੀ ਬੇਨਤੀ ਜੋ ਕਰਨੀ ਚਾਹੁੰਦੇ ਸੀ ਕਿ ਜਿਹੜਾ ਕਾਫੀ ਸਮੇਂ ਤੋਂ ਹੈਗਾ, ਇਹਨਾਂ ਦਾ ਵੀ ਕੈਡਰ ਹੈਗਾ, ਬੇਸ਼ੱਕ ਉਹ ਰਾਧਾ ਸਵਾਮੀ ਨੇ ਜਾਂ ਨਕਲੀ ਨਿਰੰਕਾਰੀ ਹੈ। ਤੇ ਰੀਸੈਂਟਲੀ ਅਸੀਂ ਦੇਖ ਰਹੇ ਹਾਂ ਕ੍ਰਿਸਚੈਨਿਟੀ ਜਾਂ ਹੋਰ ਡੇਰੇ ਜਾਂ ਨੂਰ ਮੈਡੀਏ ਨੇ, ਇਹ ਸਾਰੇ ਨਾ ਪਛੜੇ ਵਰਗ ਦੇ ਜਿਹੜੇ ਲੋਕ ਜਿਹਨੂੰ ਅਸੀਂ ਦਲਿਤ ਭਾਈਚਾਰਾ ਆਪਣਾ ਦਿੰਦੇ ਹਾਂ, ਤੇ ਉਹਨਾਂ ਨੂੰ ਕਲਾਵੇ ਚ ਰਹਿਣ ਲਈ ਇਹਨਾਂ ਨੇ ਇੱਕ ਨਾ ਵਿਉਂਤ ਨਾਲ ਕੰਮ ਕਰ ਰਹੇ ਆ। ਔਰ ਇਹੀ ਬਾਅਦ ਦੇ ਵਿੱਚ ਸਾਡੇ ਲਈ ਹੋਰ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਕਰ ਰਹੇ। ਔਰ ਜਿਹੜਾ ਗੁਰੂ ਸਾਹਿਬ ਨੇ ਨੀਚਾਂ ਦਾ ਨੀਚ ਗੱਲ ਕੀਤੀ ਸੀ, ਤੋ ਰੀਸੈਂਟਲੀ ਅਸੀਂ ਦੇਖਿਆ ਵੀ ਜਿਹੜੇ ਸਿੱਖਲੀਕਰਨ ਵਾਲੇ ਸਿੱਖ ਨੇ ਉਹ ਲਗਭਗ ਦੇਖੋ ਜੀ ਆਵਾਜ਼ ਚਲੀ ਗਈ ਹੈ। ਗੁਰਪ੍ਰੀਤ ਸਿੰਘ ਆਵਾਜ਼ ਨਹੀਂ ਆ ਰਹੀ। ਹਰਮਿੰਦਰ ਜੀ ਦੇਖਿਓ ਕਿ ਅਗਲਾ ਮੈਂ ਕੁਐਸਚਨ ਦੇਖਾਂ। ਸਰ ਦਲਜੀਤ ਸਿੰਘ ਜੀ ਹੱਥ ਰੇਜ਼ ਕਰ ਰਹੇ ਨੇ ਯੂਕੇ ਤੋਂ। ਹਾਂਜੀ, ਨੈਕਸਟ ਕਰ ਦਿਓ ਜੀ, ਸ਼ਾਇਦ ਡਿਸਕਨੈਕਟ ਉਹਨਾਂ ਦਾ ਚੈੱਕ ਕਰ ਲੈਣਾ। ਮੈਂ ਸਿੰਘ ਸਾਹਿਬ ਬੇਨਤੀ ਕਰਾਂਗਾ, ਸਾਡੇ ਕੋਲ ਯੂਕੇ ਤੋਂ 3 ਸੱਜਣ ਜੁੜੇ ਨੇ ਜੀ। ਸਰ ਡਾਕਟਰ ਦਲਜੀਤ ਸਿੰਘ ਜੀ ਵਿਰਕ ਔਰ ਸਰ ਰਜਿੰਦਰ ਸਿੰਘ ਜੀ ਪੁਰੇਵਾਲ ਤੇ ਇੱਕ ਬੀਬੀ ਮਨਦੀਪ ਕੋ ਜਿਹੜੀ ਕਿ ਯੂਕੇ ਦੀ ਹੈ। ਕਨੈਕਟ ਹੋ ਗਿਆ ਵੀ ਕਨੈਕਟ ਹੋ ਗਿਆ। ਬੋਲੋ ਜੀ ਬੋਲੋ। ਸਵਾਲ ਤੁਸੀਂ ਆਪਣੀ ਸ਼ਕਲ ਤਾਂ ਦਿਖਾਓ ਨਾ, ਵੀਡੀਓ ਔਨ ਕਰੋ। ਹਾਂਜੀ ਹਾਂ, ਲੋ ਜੀ ਲੋ ਜੀ ਕਰਤੀ। ਹਾਂਜੀ ਬੋਲੋ ਜੀ ਬੋਲੋ। ਬੇਨਤੀ ਸੀ ਸਿੰਘ ਸਾਹਿਬ ਜੀ, ਜਿਹੜੇ ਸਾਡੇ ਸਿੱਖਲੀਗਰ ਤੇ ਭੰਡਾਰੀ ਸਿੱਖ ਨੇ, ਅਸੀਂ ਉਹਨਾਂ ਦੇ ਜਿਵੇਂ ਪੰਜਾਬ ਦੀ ਗਿਣਤੀ 63% ਤੋਂ 47% ਰਹਿ ਗਈ ਸਿੱਖਾਂ ਦੀ, ਤਾਂ ਉਹਦੇ ਵਿੱਚ ਡੇਰੇ ਵੀ ਨੇ, ਤੇ ਅਸੀਂ ਇਹਨਾਂ ਨੂੰ ਆਰਗੇਨਾਈਜ਼ ਉਹਨਾਂ ਲਈ ਅਸੀਂ ਕੀ ਯਤਨ ਕਰ ਸਕਦੇ ਹਾਂ ਜੀ, ਜਾਂ ਕੀ ਅਸੀਂ ਯਤਨ ਆਰੰਭਣੇ ਚਾਹੀਦੇ ਜੀ ਸਾਨੂੰ? ਬਿਲਕੁਲ ਬਿਲਕੁਲ। ਜਿਹੜਾ ਕ੍ਰਿਸਚਨ ਰਿਲੀਜਨ ਹੈ ਨਾ, ਉਹਨਾਂ ਦਾ ਜਿਹੜਾ ਸਿਧਾਂਤ ਹੈ ਉਹਨਾਂ ਨੂੰ ਇਜਾਜ਼ਤ ਦਿੰਦਾ ਹੈਗਾ ਕਿ ਤੁਸੀਂ ਲਾਲਚ ਦੇ ਨਾਲ ਵੱਧ ਤੋਂ ਵੱਧ ਕ੍ਰਿਸਚਨ ਬਣਾਓ। ਪਰ ਸਾਡਾ ਜਿਹੜਾ ਧਰਮ ਹੈਗਾ ਉਹ ਕਹਿੰਦਾ ਹੈ ਕਿ ਜਾਓ ਤਾਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਲਾਲਚ ਦੇ ਨਾਲ ਧਰਮ ਪਰਿਵਰਤਨ ਕਰਾਉਣ ਦੀ ਆਗਿਆ ਜਿਹੜੀ ਹੈ, ਜਾਂ ਬੇਗਰਜ਼ੇ ਦੀਆਂ ਗਰਜ਼ਾਂ ਪੂਰੀਆਂ ਕਰਕੇ ਉਹਨੂੰ ਧਰਮ ਹੀ ਬਣਾਉਣ ਦੀ ਜਿਹੜੀ ਹੈ, ਇਹ ਸਾਡਾ ਜਿਹੜਾ ਸਿੱਖ ਧਰਮ ਇਜਾਜ਼ਤ ਨਹੀਂ ਦਿੰਦਾ। ਪਰ ਫਿਰ ਵੀ ਸਾਡੀਆਂ ਜਿਹੜੀਆਂ ਪੰਥਕ ਸੰਸਥਾਵਾਂ ਨੇ ਉਹਨਾਂ ਨੂੰ ਇਹ ਬਿਲਕੁਲ ਚਾਹੀਦਾ ਹੈ, ਸਮੇਂ ਸਮੇਂ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਵੀ ਹੋਏ ਨੇ ਕਿ ਜਿਹੜੇ ਸਿੱਖ ਪਰਿਵਾਰ ਹੈ, ਅਸੀਂ ਗੈਰ ਸਿੱਖਾਂ ਨੂੰ ਨਾ ਬਣਾਈਏ ਸਿੱਖ ਲਾਲਚ ਦੇ ਕੇ, ਲੇਕਿਨ ਜਿਹੜੇ ਸਾਡੇ ਲੋੜਵੰਦ ਪਰਿਵਾਰ ਹੈਗੇ ਆ, ਜਿਵੇਂ ਸਿੱਖਲੀਗਰ ਹੈਗੇ ਆ, ਸਤਨਾਮੀਏ ਹੈਗੇ ਆ, ਹੋਰ ਜਿਹੜੇ ਹੈ ਅਫਗਾਨੀ ਸਿੱਖ ਹੈਗੇ ਆ, ਸਾਡੀਆਂ ਸੰਸਥਾਵਾਂ ਨੂੰ ਇਹਨਾਂ ਦੀ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਬਹੁਤ ਸਾਰੀਆਂ ਸੰਸਥਾਵਾਂ ਮਦਦ ਕਰ ਵੀ ਰਹੀਆਂ ਹੈਗੀਆਂ, ਕਿਉਂਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਥੋੜੀਆਂ ਨੇ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਿਤੇ ਕਿਤੇ ਸਾਡੀਆਂ ਸੰਸਥਾਵਾਂ ਦੀ ਪਹੁੰਚ ਤੋਂ ਪਰੇ ਵੀ ਹੈ ਆਬਾਦੀ, ਲੇਕਿਨ ਫਿਰ ਵੀ ਸਾਡੀਆਂ ਸੰਸਥਾਵਾਂ ਦੇਸ਼ਾਂ ਵਿਦੇਸ਼ਾਂ ਦੀਆਂ ਜਿਹੜੀਆਂ ਇਸ ਕਾਰਜ ਲਈ ਲੱਗੀਆਂ ਹੋਈਆਂ ਨੇ। ਬਹੁਤ ਵਧੀਆ ਜੀ। ਸਿੰਘ ਸਾਹਿਬ ਮੈਂ ਥੋੜਾ ਜਿਹਾ ਐਡ ਕਰਾਂ ਜੀ ਕਿ ਸਾਡਾ ਨਾ ਜੀ ਅਗਲੇ ਸਾਲ 2021 ਚ ਇੱਕ ਸੈਂਸਸ ਹੋ ਰਿਹਾ ਹੈ ਹਿੰਦੁਸਤਾਨ ਦਾ। ਹਰ 10 ਸਾਲ ਬਾਅਦ ਸਾਡੀ ਪਾਪੂਲੇਸ਼ਨ ਦੀ ਗਿਣਤੀ ਹੁੰਦੀ ਹੈ ਜੀ। ਤੇ ਇਹ ਦੇਖਿਆ ਗਿਆ ਜਨਵਰੀ 2021 ਚ ਸਟਾਰਟ ਹੋਣਾ ਹੈ, ਉਹ ਸਾਡੀ ਹਰ ਵਾਰੀ ਜਿਹੜੀ ਪਾਪੂਲੇਸ਼ਨ ਹੈ ਉਹ ਡਿਕਰੀਜ਼ ਹੁੰਦੀ ਜਾ ਰਹੀ ਹੈ ਜੀ। ਉਹਦਾ ਕਾਰਨ ਜਿਹੜਾ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਦੁਆਬੇ ਦੇ ਵਿੱਚ ਜਿਹੜੇ ਸਾਡੇ ਸਿੱਖ ਸੀਗੇ ਪਰਿਵਾਰ, ਉਹ ਜਿਹੜੇ ਆਪਣੇ ਆਪ ਨੂੰ ਨੌਨ ਸਿੱਖ ਲਿਖਾਉਣ ਲੱਗ ਪਏ ਇਸ ਲਾਲਚ ਵਸ ਹੋ ਕੇ। ਨਹੀਂ, ਇਸ ਤਰ੍ਹਾਂ ਦੀ ਵੀ ਗੱਲ ਨਹੀਂ। ਵੈਸੇ ਵੀ ਸਿੱਖ ਫੈਮਲੀਆਂ ਜਿਹੜੀਆਂ ਨੇ ਬੜੀਆਂ ਛੋਟੀਆਂ ਹੋ ਰਹੀਆਂ ਨੇ, ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਹੈਗੀ ਆ। ਔਰ ਦੂਜਾ ਜਿਹੜਾ ਇਸ ਵਾਰ ਆਬਾਦੀ ਜਿਹੜੀ ਹੈ ਸਿੱਖਾਂ ਦੀ ਹੋਰ ਵੀ ਘਟੇਗੀ, ਕਿਉਂਕਿ ਬਹੁਤ ਸਾਰੇ ਨੌਜਵਾਨ ਸਾਡੇ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਚਲੇ ਗਏ ਨੇ, ਤਾਂ ਸਾਡੀ ਆਬਾਦੀ ਪੰਜਾਬ ਦੇ ਵਿੱਚ ਪਰਸੈਂਟੇਜ ਜਿਹੜੀ ਹੈ ਸਿੱਖਾਂ ਦੀ ਉਹ ਇਸ ਕਾਰਨ ਵੀ ਘਟੇਗੀ। ਇੱਕ ਫੈਮਲੀਆਂ ਛੋਟੀਆਂ ਹੋ ਗਈਆਂ, ਇੱਕ ਬੱਚਾ ਰਹਿ ਗਿਆ ਪਰਿਵਾਰਾਂ ਦੇ ਵਿੱਚ, ਔਰ ਦੂਸਰਾ ਜਿਹੜਾ ਇੱਕ ਬੱਚਾ ਉਹ ਵੀ ਬਾਹਰ ਚਲਾ ਗਿਆ, ਪੇਰੈਂਟਸ ਵੀ ਬਾਹਰ ਚਲੇ ਗਏ, ਤੇ ਇਹਦੇ ਕਰਕੇ ਡੈਫੀਨੇਟਲੀ ਸਾਡੀ ਆਬਾਦੀ ਜਿਹੜੀ ਆ ਉਹ ਘਟੇਗੀ। ਪਰ ਗੁਰੂ ਸਾਹਿਬ ਨੇ ਕੁਆਲਿਟੀ ਨੂੰ ਜਿਹੜਾ ਹੈਗਾ ਉਹ
ਤਰਜੀਹ ਦਿੱਤੀ ਹੈ, ਕੁਆਂਟੀਟੀ ਨੂੰ ਤਰਜੀਹ ਨਹੀਂ ਦਿੱਤੀ ਹੈ। ਲੇਕਿਨ ਠੀਕ ਹੈ, ਡੈਮੋਕ੍ਰੇਸੀ ਦੇ ਵਿੱਚ ਅਸੀਂ ਕੁਆਂਟੀਟੀ ਨੂੰ ਤਰਜੀਹ ਇਸ ਕਰਕੇ ਦੇਣ ਲੱਗ ਗਏ ਕਿਉਂਕਿ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਉਹਦੀ ਤਾਕਤ ਮੰਨੀ ਜਾਂਦੀ ਹੈ ਜਿਹਦੀ ਗਿਣਤੀ ਜ਼ਿਆਦਾ ਹੈ, ਤਾਂ ਇਸ ਕਰਕੇ ਅਸੀਂ ਕੁਆਂਟੀਟੀ ਨੂੰ ਤਰਜੀਹ ਦਿੰਦੇ ਹਾਂ। ਅਦਰਵਾਈਜ਼ ਸਿੱਖ ਸਿਧਾਂਤਾਂ ਦੇ ਮੁਤਾਬਕ ਕੁਆਲਿਟੀ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ। ਠੀਕ ਹੈ ਜੀ, ਧੰਨਵਾਦ ਜੀ। ਸਾਡੇ ਕੋਲ ਯੂਕੇ ਤੋਂ ਡਾਕਟਰ ਦਲਜੀਤ ਸਿੰਘ ਜੀ ਵਿਰਕ, ਜਿਹੜੇ PhD ਹੈ ਬਰਮਿੰਘਮ ਯੂਨੀਵਰਸਿਟੀ ਤੋਂ, ਜੈਨੇਟਿਕ ਦੀ PhD ਕੀਤੀ ਹੈ ਤੇ ਪ੍ਰੋਫੈਸਰ ਹੈਗੇ ਨੇ ਬੰਗਲੌਰ ਯੂਨੀਵਰਸਿਟੀ ਯੂਕੇ ਦੇ ਵਿੱਚ। ਇਹਨਾਂ ਨੂੰ ਸਿੰਘ ਸਾਹਿਬ ਕਵੀਨ ਤੋਂ ਅਵਾਰਡ ਮਿਲਿਆ, OBE ਆਫੀਸਰ ਆਫ ਦਾ ਆਰਡਰ ਆਫ ਦਾ ਬ੍ਰਿਟਿਸ਼ ਇੰਪਾਇਰ। ਔਰ ਇਹ ਕਿਉਂ ਮਿਲਿਆ ਕਿ ਦੋ ਇਹਨਾਂ ਨੇ ਕੰਮ ਕੀਤੇ ਜੀ। ਇੱਕ ਤਾਂ ਪਾਵਰਟੀ ਰਿਡਕਸ਼ਨ ਇਨ ਡਿਵੈਲਪਿੰਗ ਕੰਟਰੀਜ਼ ਬਾਈ ਇਵੋਲਵਿੰਗ ਦਾ ਬੈਟਰ ਕ੍ਰੌਪ ਵੇਰੀਏਸ਼ਨ, ਇੱਕ ਤਾਂ ਨੇ ਇੱਥੇ ਇਹਨਾਂ ਨੂੰ ਮਿਲਿਆ ਜੀ, ਇਸ ਕਰਕੇ ਮਿਲਿਆ। ਦੂਜਾ ਇਹਨਾਂ ਨੇ ਕਿਹਾ ਉੱਥੇ ਇੱਕ ਸਕੂਲ ਖੋਲਿਆ ਜੀ, ਗਵਰਨਮੈਂਟ ਸਕੂਲ ਖੋਲਿਆ, ਉਹਦੇ ਚ ਤੁਸੀਂ ਮੈਂ ਕਿਹਾ ਗਏ ਵੀ ਸੀਗੇ, ਤੇ ਉੱਥੇ ਉਹਨਾਂ ਨੇ ਸਕੂਲ ਦੇ ਕਰਕੇ ਇਹ ਦੋ ਕੰਮਾਂ ਕਰਕੇ ਇਹਨਾਂ ਨੂੰ ਰਾਣੀ ਨੇ OBE ਦਾ ਅਵਾਰਡ, ਜਿਹੜਾ ਸਾਡੇ ਪਦਮ ਭੂਸ਼ਣ ਦੇ ਬਰਾਬਰ ਹੈ, ਉਹ ਇਹਨਾਂ ਨੂੰ ਮਿਲਿਆ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਫਤਿਹ ਬੁਲਾਉਣ ਤੇ ਜੇ ਕੋਈ ਸਵਾਲ ਹੈ ਤਾਂ ਉਹ ਰੱਖਣ ਜੀ। ਸਰ ਦਲਜੀਤ ਸਿੰਘ, ਡਾਕਟਰ ਦਲਜੀਤ ਸਿੰਘ ਵਿਰਕ, ਡਰਬੀ UK। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਡਰਬੀ ਤੇ UK ਨਿਵਾਸੀ ਸਾਰੀ ਸੰਗਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਬਹੁਤ ਹੀ ਖੋਜ ਭਰਪੂਰ ਲੈਕਚਰ ਦੇ ਕੇ ਸੰਗਤ ਨੂੰ ਨਿਹਾਲ ਕੀਤਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਇਹੋ ਜਿਹੇ ਜਥੇਦਾਰ ਚਾਹੀਦੇ ਸੀਗੇ। ਤੇ ਮੈਂ ਇੱਕ ਕੁਐਸਚਨ ਕਰਨਾ, ਮੇਰੇ ਨਾਲ ਸਰਦਾਰ ਰਜਿੰਦਰ ਸਿੰਘ ਪੁਰੇਵਾਲ ਵੀ ਜੁੜੇ ਹੋਏ ਨੇ, ਜਿਹੜੇ ਕਿ ਗੁਰਦੁਆਰਾ ਸਿੰਘ ਸਭਾ ਦੇ ਜਨਰਲ ਸੈਕਟਰੀ ਨੇ ਤੇ ਪੰਜਾਬ ਟਾਈਮ ਇੰਟਰਨੈਸ਼ਨਲ ਦੇ ਸੰਪਾਦਕ ਨੇ, ਇੱਥੋਂ ਕੱਢਦੇ ਨੇ ਡਰਬੀ ਤੋਂ। ਤੇ ਨਾਲ ਹੀ ਬੀਬੀ ਮਨਦੀਪ ਕੌਰ, ਜਿਹੜੇ ਚੈਪਲਨ ਨੇ 에ਅਰ ਫੋਰਸ ਦੇ ਵਿੱਚ, ਪਹਿਲੀ ਬੀਬੀ ਸਿੱਖ ਆ ਕਿ ਜਿਹੜਾ ਉੱਥੇ ਸਿੱਖੀ ਦਾ ਪ੍ਰਚਾਰ ਬਹੁਤ ਧੜੱਲੇ ਨਾਲ ਕਰ ਰਹੀ ਆ, ਕੀਰਤਨ ਵੀ ਬਹੁਤ ਸੋਹਣਾ ਕਰਦੀ ਆ। ਤੇ ਤੀਸਰਾ ਮੇਰੇ ਦਾਸ ਵੱਲੋਂ ਅਸੀਂ ਤਿੰਨੇ ਹੀ ਇਹ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਥੋੜੀ ਜਿਹੀ ਇਨਫੋਰਮੇਸ਼ਨ ਤੁਸੀਂ ਹੋਰ ਐਡ ਕਰੋ। ਕੀ ਸਿੱਖ ਕੌਮ ਕਦੇ ਯਹੂਦੀ ਕੌਮ ਦੀ ਤਰ੍ਹਾਂ ਸੰਪੰਨ ਅਤੇ ਖੁਸ਼ਹਾਲ ਹੋ ਸਕਦੀ ਹੈ? ਕੀ ਕੌਮੀ ਪੱਧਰ ਤੇ ਟੈਲੈਂਟ ਨੂੰ ਆਇਡੈਂਟੀਫਾਈ ਕਰਨਾ ਤੇ ਫਿਰ ਉਸ ਨੂੰ ਟ੍ਰੇਨਿੰਗ ਦੇ ਕੇ ਕਮਿਊਨਿਟੀ ਸਪੋਰਟ ਦਾ ਕੋਈ ਸਿਸਟਮ ਬਣਾਇਆ ਜਾ ਸਕਦਾ ਹੈ? ਇਸ ਲਈ ਦੇਗ ਤੇਗ ਫਤਿਹ ਦੀ ਪੰਥਕ ਜੁਗਤ ਕਿਸ ਤਰ੍ਹਾਂ ਵਰਤੀ ਜਾ ਸਕਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸਾਨੂੰ ਇੱਕ ਦੂਸਰੇ ਸਿੱਖ ਨੂੰ ਜਿਹੜਾ ਆਪਸ ਦੇ ਵਿੱਚ ਜੁਆਇੰਟ ਕਰਨ ਵਾਸਤੇ ਵਰਲਡ ਦੇ, ਕਿਉਂਕਿ ਯਹੂਦੀਆਂ ਦੀ ਖੁਸ਼ਹਾਲੀ ਦਾ ਕਾਰਨ ਜਿਹੜਾ ਹੈ ਉਹ ਇਹ ਹੈ ਕਿ ਉਹਨਾਂ ਨੇ ਆਪਣਾ ਇੱਕ ਐਸਾ ਜਿਹੜਾ ਬੇਸ ਤਿਆਰ ਕੀਤਾ ਜਿਹਦੇ ਨਾਲ ਇੱਕ ਯਹੂਦੀ ਦੂਜੇ ਯਹੂਦੀ ਨਾਲ ਜੁੜਿਆ ਹੋਇਆ, ਇੱਕ ਵਪਾਰੀ ਯਹੂਦੀ ਨਾਲ ਜੁੜਿਆ ਹੋਇਆ, ਇੱਕ ਐਜੂਕੇਸ਼ਨ ਜਿਹੜਾ ਹੈਗਾ ਐਜੂਕੇਟ ਜਿਹੜਾ ਹੈਗਾ ਉਹ ਦੂਜੇ ਐਜੂਕੇਟ ਨਾਲ ਜੁੜਿਆ। ਸਾਨੂੰ ਸਿੱਖਾਂ ਨੂੰ ਵੀ ਉਹ ਤਰੀਕਾ ਅਡਾਪਟ ਕਰਨਾ ਚਾਹੀਦਾ। ਇੱਕ ਐਸਾ ਡਿਜੀਟਲ ਪਲੇਟਫਾਰਮ ਜਿਹੜਾ ਸਾਨੂੰ ਟੈਕਨੋਲੋਜੀ ਬੇਸਡ ਬਣਾਉਣਾ ਚਾਹੀਦਾ ਹੈ, ਜਿਹਦੇ ਤੇ ਦੁਨੀਆ ਭਰ ਦੇ ਸਿੱਖ ਜਿਹੜੇ ਆ ਅਸੀਂ ਜੁਆਇੰਟ ਹੋ ਸਕੀਏ। ਦੁਨੀਆ ਭਰ ਦੇ ਕਿਸਾਨ, ਦੁਨੀਆ ਭਰ ਦੇ ਸਿੱਖ ਵਪਾਰੀ, ਦੁਨੀਆ ਭਰ ਦੇ ਸਿੱਖ ਨੌਕਰੀ ਪੇਸ਼ਾ, ਤਾਂ ਅਸੀਂ ਵੀ ਇਸ ਕਿਸਮ ਵਾਲੇ ਪਾਸੇ ਜਿਹੜਾ ਉਹ ਵੱਧ ਸਕਦੇ ਹਾਂ। ਔਰ ਇਹਦੇ ਵਿੱਚ ਜਿਹੜੇ ਅਬਰੋਡ ਦੇ ਵਿੱਚ ਵੀ ਰਹਿੰਦੇ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਯੋਗਦਾਨ ਪਾ ਸਕਦੇ ਆ, ਕਿਉਂਕਿ ਤੁਸੀਂ ਜਿਨ੍ਹਾਂ ਮੁਲਕਾਂ 'ਚ ਰਹਿੰਦੇ ਹੋ ਇੱਥੇ ਟੈਕਨੋਲੋਜੀ ਹੈ, ਇੱਥੇ ਸਾਰਾ ਜਿਹੜਾ ਹੈਗਾ ਸਿਸਟਮ ਹੈਗਾ, ਤਾਂ ਆਪਾਂ ਕੁਛ ਇਸ ਪਾਸੇ ਵੱਲ ਵਧੀਏ ਕਿ ਅਸੀਂ ਇੱਕ ਪਲੇਟਫਾਰਮ ਤਿਆਰ ਕਰੀਏ, ਟੈਕਨੋਲੋਜੀ ਬੇਸਡ ਪਲੇਟਫਾਰਮ ਤਿਆਰ ਕਰੀਏ, ਤੇ ਸਾਰੇ ਸਿੱਖ ਜਿਹੜੇ ਆ ਉਹਨਾਂ ਨੂੰ ਅਸੀਂ ਇਕੱਠੇ ਕਰਨ ਦਾ ਯਤਨ ਕਰੀਏ। ਯਕੀਨਨ ਅਸੀਂ ਯਹੂਦੀਆਂ ਵਾਂਗ ਕਾਮਯਾਬ ਖੁਸ਼ਹਾਲ ਹੋ ਸਕਾਂਗੇ। ਬਹੁਤ ਧੰਨਵਾਦ ਜੀ। ਕੋਈ ਹੋਰ ਗੱਲ ਹੈ ਜੀ ਤੁਹਾਡੀ ਸਤਜੀਤ ਸਿੰਘ ਜੀ? ਰਜਿੰਦਰ ਸਿੰਘ ਹੁਣੀ ਹੱਥ ਖੜਾ ਕਰ ਰਿਹਾ। ਇੱਕ ਮਿੰਟ, ਫਤਿਹ ਬੁਲਾ ਲਓ, ਫਤਿਹ ਬੁਲਾ ਲਓ। ਉਹਨਾਂ ਦਾ ਅਨਮਿਊਟ ਕਰੋ, ਉਹਨਾਂ ਨੂੰ ਕਰੋ ਜੀ, ਹੱਥ ਖੜਾ ਕਰੋ। ਉਹਨਾਂ ਨੇ ਕੀਤਾ। ਹਰਮਿੰਦਰ ਜੀ ਦੇਖਣਾ, ਸਰ ਰਜਿੰਦਰ ਸਿੰਘ ਜੀ ਪੁਰੇਵਾਲ ਹੱਥ ਖੜਾ ਕੀਤਾ ਉਹਨਾਂ ਨੇ। ਹਾਂਜੀ ਬੋਲੋ ਜੀ ਪੁਰੇਵਾਲ ਸਾਹਿਬ। ਹਰਮਿੰਦਰ ਜੀ ਲੱਗ ਗਿਆ ਪਤਾ? ਹਾਂਜੀ ਮੈਂ ਕਰ ਰਿਹਾ ਜੀ। ਹਾਂਜੀ, ਉਹਨਾਂ ਦੇ ਨਾਂ ਤੇ ਹੈਗਾ ਰਜਿੰਦਰ ਸਿੰਘ ਪੁਰੇਵਾਲ। ਹਾਂਜੀ ਹੋ ਗਿਆ ਜੀ। ਹਾਂਜੀ, 1-2 ਮਿੰਟ ਹੀ ਲਾਣੇ ਜੀ। ਹੋ ਗਿਆ, ਮਾਈਕ ਔਨ ਹੋ ਗਿਆ ਜੀ? ਹਾਂਜੀ ਸਾਡੇ ਵੱਲੋਂ ਆਨ ਹੈ ਜੀ, ਉਹਨਾਂ ਨੇ ਆਪ ਕਰਨਾ, ਆਪਣੇ ਵੱਲੋਂ ਨਹੀਂ ਹੋ ਰਿਹਾ। ਨੈਕਸਟ ਲੈ ਲਓ ਜਾਨੂ ਜੀ। ਹਾਂਜੀ, ਮੈਂ ਬੇਨਤੀ ਕਰਾਂਗਾ ਹੁਣ ਜੀ ਸਰਿੰਦਰਪਾਲ ਸਿੰਘ ਜੀ। ਹੋ ਗਿਆ ਜੀ? ਹੋ ਗਿਆ ਲੱਗਦਾ। ਹਾਂਜੀ ਹਾਂਜੀ, ਆ ਗਿਆ। ਨਹੀਂ ਫਿਰ ਮਿਊਟ ਹੋ ਗਿਆ।
ਹੁਣ ਕੋ ਅਨਮਿਊਟ ਕਰ ਦੇਣਾ। ਨੈਕਸਟ ਲੈ ਲਓ ਜੀ, ਜਾਨੂੰ ਹੋ ਸਕਦਾ ਉਹਨਾਂ ਨੂੰ ਕੋਈ ਟੈਕਨੀਕਲ। ਹਾਂਜੀ ਹਾਂਜੀ, ਸਰਿੰਦਰਪਾਲ ਸਿੰਘ ਜੀ ਡਾਇਰੈਕਟਰ ਜਿਹੜੇ ਸਾਡੇ ਓਵਰਸੀਜ਼ ਵਿੰਗ ਹੈ, ਉਹਨਾਂ ਨੂੰ ਬੇਨਤੀ ਹੈ ਕਿ ਇਹ ਪੰਜਾਬ ਐਂਡ ਸਿੰਧ ਮਤਲਬ ਚੀਫ ਮੈਨੇਜਰ ਰਿਟਾਇਰ ਹੋਏ ਔਰ ਸਾਡੀ ਕੋਰ ਕਮੇਟੀ ਮੈਂਬਰ ਹੈ, ਇਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਵਾਲ ਰੱਖੋ ਜੀ। ਸਰਿੰਦਰਪਾਲ ਸਿੰਘ ਜੀ ਅੱਜ ਕੱਲ੍ਹ ਬੰਗਲੌਰ ਹੈਗੇ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਖੁਸ਼ੀ ਹੋਈ ਅੱਜ ਤੁਹਾਡੇ ਸਾਰੇ ਵਿਚਾਰ ਦੇਖ ਤੇ ਫਤਿਹ ਨੂੰ ਲੈ ਕੇ ਕਿ ਅਸੀਂ ਆਪਣੀ ਤੇਗ ਵੀ ਫਤਿਹ ਕਰਨੀ ਤੇ ਦੇਗ ਵੀ ਫਤਿਹ ਕਰਨੀ ਹੈ। ਮੈਂ ਲੰਬੀ ਗੱਲ ਨਹੀਂ ਕਰਨੀ। ਮੈਂ ਪਿਛਲੇ ਸਮੇਂ ਦੇ ਵਿੱਚ ਸਿੱਖ ਵਿਚਾਰਵਾਨਾਂ ਨੇ, ਸਿੱਖ ਵਿਦਵਾਨਾਂ ਨੇ ਤੇ ਸਿੱਖ ਚਿੰਤਕਾਂ ਨੇ ਬਹਿ ਕੇ ਆਰਥਿਕ ਪਲੇਟਫਾਰਮ ਤੇ ਤਰੱਕੀ ਕਰਨ ਦੇ ਲਈ ਕਈ ਆਰਥਿਕ ਅਦਾਰੇ ਸ਼ੁਰੂ ਕੀਤੇ ਸੀ ਤੇ ਉਹਨਾਂ ਵਿੱਚ ਪੰਜਾਬ ਸਿੰਧ ਬੈਂਕ ਵੀ ਸੀ। ਕੀ ਤਾਂ ਮੇਰਾ ਸਵਾਲ ਇਹ ਹੈ ਵੀ ਕੀ ਅਸੀਂ ਅਕਾਲ ਤਖਤ ਸਾਹਿਬ ਤੇ ਕੋਈ ਜਿਹਾ, ਜਿਵੇਂ ਸਕੱਤਰੇਤ ਸਾਡਾ ਤੁਸੀਂ ਦੱਸਿਆ, ਬੜੀ ਖੁਸ਼ੀ ਲੱਗੀ ਹੋਈ ਸਾਨੂੰ ਸੁਣ ਕੇ ਕਿ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਬਣ ਰਿਹਾ, ਉੱਥੇ ਬੈਠ ਕੇ ਸਾਰੇ ਹੀ ਆਰਥਿਕ ਮਾਹਰ ਵੀ ਬਹਿਣਗੇ, ਉੱਥੇ ਸਮਾਜਿਕ ਮਾਹਰ ਵੀ, ਉੱਥੇ ਐਜੂਕੇਸ਼ਨ ਦੇ ਵੀ, ਉੱਥੇ ਧਾਰਮਿਕ ਵੀ, ਸਾਰੇ ਅਲੱਗ-ਅਲੱਗ ਇੱਕ ਚੈਂਬਰ ਬਣਨਗੇ। ਕੀ ਆਪਾਂ ਕੋਈ ਆਰਥਿਕ ਫਰੰਟ ਤੇ ਕੋਈ ਨਵੇਂ ਅਦਾਰੇ, ਕੋਈ ਨਵਾਂ ਬੈਂਕ ਜਾਂ ਕੋਈ ਨਵੇਂ ਏਦਾਂ ਦੇ ਜਿਹਦੇ ਵਿੱਚ ਕਿ ਸਿੱਖਾਂ ਨੂੰ ਬਹੁਤ ਵੱਡਾ ਇੱਕ ਰੁਜ਼ਗਾਰ ਮਿਲੇ, ਅਸੀਂ ਉਹਦੇ ਲਈ ਕੀ ਕੋਈ ਯਤਨ ਅਕਾਲ ਤਖਤ ਸਾਹਿਬ ਦੇ ਲੈਵਲ ਤੇ ਕਰ ਸਕਦੇ ਹਾਂ? ਜਿਵੇਂ ਪੰਜਾਬ ਸਿੰਧ ਬੈਂਕ 24 ਜੂਨ 1908 ਨੂੰ ਮੇਰੇ ਖਿਆਲ ਦੁਨੀਆ ਦਾ ਇੱਕ ਵਾਹਦ ਜਿਹੜਾ ਹੈ ਇੱਕ ਕਮਰਸ਼ੀਅਲ ਅਦਾਰਾ ਹੋਏਗਾ ਜਿਹਦੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਈ ਸੀ ਤੇ ਆਰੰਭਤਾ ਉੱਥੋਂ ਹੋਈ ਸੀ। ਤੇ ਉਹ ਉਸ ਵਕਤ ਦੇ ਜਿਹੜੇ ਸਾਡੇ ਸਿੱਖ ਚਿੰਤਕ ਸੀਗੇ, ਸਾਡੇ ਦਾਨਸ਼ਵਰ ਸੀਗੇ, ਡਾਕਟਰ ਭਾਈ ਵੀਰ ਸਿੰਘ ਜੀ, ਸਰ ਤਲੋਚਨ ਸਿੰਘ ਜੀ ਤੇ ਸਰ ਸੁੰਦਰ ਸਿੰਘ ਜੀ ਮਜੀਠੀਆ, ਉਹਨਾਂ ਨੇ ਇੱਕ ਸੁਪਨਾ ਲੈ ਕੇ ਪੰਜਾਬ ਸਿੰਧ ਬੈਂਕ ਬਣਾਇਆ ਸੀ। ਤੇ ਜੇ ਅਸੀਂ 1908 ਤੋਂ ਲੈ ਕੇ 1980 ਤੱਕ ਦਾ, ਜਦੋਂ ਤੱਕ ਨੈਸ਼ਨਲਾਈਜ਼ ਨਹੀਂ ਹੋਇਆ, ਤੇ ਇਤਿਹਾਸ ਦੇਖੀਏ ਤੇ 20,000 ਦੇ ਵੱਧ ਸਿੱਖ ਪਰਿਵਾਰਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ ਸੀ, ਜਿਨ੍ਹਾਂ ਵਿੱਚ ਅਸੀਂ ਵੀ ਸ਼ਾਮਲ ਹਾਂ। ਤੇ ਉਸ ਤੋਂ ਇਲਾਵਾ ਲੱਖਾਂ ਕਰੋੜਾਂ ਨੂੰ ਇਨਡਾਇਰੈਕਟ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਗਏ ਸੀ, ਉਹਨਾਂ ਨੂੰ ਕਰਜ਼ੇ ਦੇ ਕੇ, ਉਹਨਾਂ ਦੇ ਲਈ ਸਾਧਨ ਪੈਦਾ ਕਰਕੇ। ਅੱਜ ਉਹ ਜਿਹੜਾ ਮੇਰਾ ਜਿਹੜਾ ਸਵਾਲ ਹੈ ਸਿੱਧਾ, ਉਹ ਇਹ ਹੈ ਵੀ ਅੱਜ ਉਹ ਪੰਜਾਬ ਸਿੰਧ ਬੈਂਕ, ਉਹ ਸਰਕਾਰ ਜਿਸ ਤਰੀਕੇ ਦੇ ਨਾਲ ਡਿਸਇਨਵੈਸਟਮੈਂਟ ਦੀ ਗੱਲ ਕਰ ਰਹੀ ਹੈ, ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰ ਰਹੀ ਹੈ, ਉਹ ਜਿਹੜਾ ਪੰਜਾਬ ਸਿੰਧ ਬੈਂਕ ਨੂੰ ਅੱਜ ਉਹ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਲਈ ਸਰਕਾਰ ਨੇ ਮਨ ਬਣਾਇਆ ਹੋਇਆ ਹੈ। ਪਿਛਲੇ ਲੰਬੇ ਸਮੇਂ ਤੋਂ 2-3 ਮਹੀਨੇ ਤੋਂ ਖਬਰਾਂ ਵੀ ਆ ਰਹੀਆਂ, ਕੋਈ ਕੰਕਰੀਟ ਪ੍ਰਪੋਜ਼ਲ ਸਾਹਮਣੇ ਨਹੀਂ ਆਈ। ਇਹਦੇ ਲਈ ਦੋ ਹੀ ਚੀਜ਼ਾਂ ਹੈ, ਜਾਂ ਤਾਂ ਸਰਕਾਰ ਬਿਡਿੰਗ ਕਰੇ, ਬੋਲੀ ਦੇ ਕੇ ਵੇਚੇ, ਤੇ ਉਹਦੇ ਚ ਅਸੀਂ ਕਿਤੇ ਸਟੈਂਡ ਨਹੀਂ ਕਰਾਂਗੇ ਜਿੱਥੇ ਅੰਬਾਨੀ, ਅਡਾਨੀ ਜਾਂ ਹੋਰ ਵੱਡੇ ਅਦਾਰੇ ਆ ਗਏ। ਕੀ ਅਸੀਂ ਇਹਨੂੰ ਸਿੱਖ ਇਸ਼ੂ ਬਣਾ ਕੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਸਾਰੇ ਜਿੰਨੇ ਪੁਰਾਣੇ ਬੈਂਕਰਸ ਹੈ ਉਹ ਵਿੱਚ ਇਹਦੇ ਚ ਇਨਵੋਲਵ ਹੋਣ ਨੂੰ ਤਿਆਰ ਹੈ, ਪੁਰਾਣੇ ਚੇਅਰਮੈਨ ਵੀ, ਪੁਰਾਣੇ ਸਾਡੇ ਵੱਡੇ ਅਧਿਕਾਰੀ ਵੀ, ਕੀ ਅਸੀਂ ਇਹਨੂੰ ਅਕਾਲ ਤਖਤ ਸਾਹਿਬ ਤੋਂ ਇੱਕ ਸਿੱਖ ਇਸ਼ੂ ਬਣਾ ਕੇ ਕਿ ਇਹ ਸਿੱਖਾਂ ਦਾ ਬੈਂਕ ਸੀ, ਤੁਸੀਂ ਇਹ 1980 ਚ ਲਿਆ ਸੀ, ਹੁਣ ਤੁਹਾਤੋਂ ਨਹੀਂ ਚੱਲ ਰਿਹਾ, ਸਿੱਖਾਂ ਨੂੰ ਵਾਪਸ ਕਰ ਦਿਓ। ਉਹਦੇ ਨਾਲ ਸਾਨੂੰ ਕੀ ਹੋਏਗਾ ਕਿ ਸਾਨੂੰ ਇਨਵੈਸਟਮੈਂਟ ਬਹੁਤ ਘੱਟ ਕਰਨੀ ਪਏਗੀ। ਮੈਂ ਦੇਖ ਰਿਹਾ ਸੀ ਅੰਕੜੇ ਕਿ 701 ਕਰੋੜ ਦੀ ਸਿਰਫ ਜਿਹੜੀ ਇਕੁਇਟੀ ਹੈ, ਜਿਹਦੇ ਵਿੱਚ 17% ਜਿਹੜੇ ਸ਼ੇਅਰ ਹੈ ਉਹ ਪਬਲਿਕ ਦੇ ਹੈ ਤੇ 83% ਗਵਰਨਮੈਂਟ ਦੇ ਹੈ। ਅਗਰ ਗਵਰਨਮੈਂਟ ਆਪਣੇ ਸ਼ੇਅਰ 34% ਹੋਰ ਵੇਚ ਕੇ ਉਹਨਾਂ ਨੂੰ 49% ਤੇ ਲੈ ਆਉਂਦੀ ਹੈ, ਇਹ ਬੈਂਕ ਪ੍ਰਾਈਵੇਟ ਹੋ ਜਾਏਗਾ ਤੇ ਇਹਦੀ ਜਿਹੜੀ ਮੈਨੇਜਮੈਂਟ ਹੈ ਉਹ ਸਿੱਖਾਂ ਦੇ ਹੱਥ ਆ ਜਾਏਗੀ ਤੇ ਕੋਈ ਬਹੁਤਾ ਲੰਬਾ ਚੌੜਾ ਸਰਮਾਇਆ ਲਾਉਣ ਦੀ ਵੀ ਲੋੜ ਨਹੀਂ ਪਏਗੀ। ਇਹ ਇਸ ਕਰਕੇ ਹੋਏਗਾ ਅਗਰ ਅਕਾਲ ਤਖਤ ਸਾਹਿਬ ਤੋਂ ਇਹਨੂੰ ਇੱਕ ਸਿੱਖ ਇਸ਼ੂ ਦੇ ਤੌਰ ਤੇ ਲੈ ਕੇ ਕਿ ਸਾਡਾ ਸਿੱਖਾਂ ਦਾ ਬੈਂਕ ਸੀ, ਸਿੱਖਾਂ ਵੱਲੋਂ ਬਣਾਇਆ ਗਿਆ ਸੀ, ਸਿੱਖਾਂ ਵੱਲੋਂ ਚਲਾਇਆ ਗਿਆ ਸੀ, ਅੱਜ ਇਹਨੂੰ ਵਾਪਸ ਕਰ ਦਿਓ, ਅਸੀਂ ਇਹਨੂੰ ਚਲਾ ਲਾਂਗੇ। ਕੀ ਆਪਾਂ ਪੰਜਾਬ ਸਿੰਧ ਬੈਂਕ ਤੋਂ ਆਪਾਂ ਕੋਈ ਏਦਾਂ ਅਕਾਲ ਤਖਤ ਸਾਹਿਬ ਤੋਂ ਕੋਈ ਏਦਾਂ ਦਾ ਆਪਾਂ ਇਹਦੇ ਲਈ ਯਤਨ ਕਰ ਸਕਦੇ ਹਾਂ? ਉਹਦੇ ਲਈ ਸਾਰੇ ਆਰਥਿਕ ਮਾਹਰ ਤੁਹਾਡੇ ਨਾਲ ਹੈ। ਬਿਲਕੁਲ, ਜਿਵੇਂ ਤੁਹਾਡੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਵੀ ਵਿਸ਼ਵ ਦੇ ਵਿੱਚ ਬਹੁਤ ਅੱਛੇ ਬੈਂਕਰਸ ਬੈਠੇ ਨੇ, ਸਿੱਖ ਬੈਂਕਰਸ, ਸਰਦਾਰ ਪ੍ਰਤਾਪ ਸਿੰਘ ਬੈਠੇ ਨੇ, ਤੁਸੀਂ ਉਹ ਸਾਰੇ ਇਸ ਤਰ੍ਹਾਂ ਦੀ ਪ੍ਰਪੋਜ਼ਲ ਜਿਹੜੀ ਹੈ ਉਹ ਸਾਰੇ ਮਿਲ ਕੇ ਬਣਾਓ। ਆਪਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਕੋਈ ਕਮੇਟੀ ਬਣਾ ਦਾਂਗੇ ਜਿਹੜੀ ਗਵਰਨਮੈਂਟ ਨਾਲ ਵੀ ਗੱਲਬਾਤ ਕਰੇ ਔਰ ਸਾਰਾ ਦੇਖੇ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਲੈ ਸਕਦੇ ਹਾਂ। ਬਹੁਤ ਵਧੀਆ ਸੁਝਾਅ ਹੈਗਾ, ਇਹਦੇ ਲਈ ਯਤਨ ਕਰਨੇ ਚਾਹੀਦੇ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਅਗਵਾਈ ਕਰਨ ਲਈ ਤਿਆਰ। ਮੈਂ ਤੇ ਐਡ ਕਰਾਂ ਜੀ, 31 ਮਾਰਚ 2021 ਤੱਕ ਇਹਨੂੰ ਪ੍ਰਾਈਵੇਟ ਕਰਨ ਦਾ ਉਹਨਾਂ ਨੇ ਸੱਦਾ ਦਿੱਤਾ ਜੀ ਗਵਰਨਮੈਂਟ ਨੇ, ਔਰ 34% ਜਿਵੇਂ ਇੰਦਰਪਾਲ ਸਿੰਘ ਨੇ ਦੱਸਿਆ ਕਿ ਜੇ 34% ਦੀ ਜਿਹੜੀ ਪੂੰਜੀ ਹੈ ਉਹ ਸਾਡੇ NRI ਸਿੱਖ ਜਾਂ ਇੱਥੋਂ ਦੇ ਸਿੱਖ ਲਾ ਦੇਣ, ਜਿਹੜਾ ਕਿ 600-700 ਕਰੋੜ ਬਣਦਾ ਹੈ, ਤੇ ਇਹ ਬੈਂਕ ਜਿਹੜਾ ਸਿੱਖ ਇਸ਼ੂ ਬਣ ਕੇ ਅਕਾਲ ਤਖਤ ਥਾਈਂ ਸਾਨੂੰ ਮਿਲ ਸਕਦਾ ਜੀ। ਉਹ ਇਹਦੇ 'ਚ ਜਿਹੜੀ ਸਾਡੀ 1500 ਤੋਂ ਜ਼ਿਆਦਾ ਬ੍ਰਾਂਚਾਂ ਹੈ ਤੇ 1,60,000 ਕਰੋੜ ਦੇ ਕਰੀਬ ਬਿਜ਼ਨਸ ਹੈ, ਉਹ ਸਾਰਾ ਮੁੜ ਕੇ ਸਾਡੀ ਜਿਹੜੀ ਇਕਨੋਮੀ ਦੇ
ਡਿਸਪੋਜ਼ਲ ਤੇ ਹੋ ਸਕਦੇ। ਬਿਲਕੁਲ ਇਹੀ ਇੰਦਰਪਾਲ ਜੀ ਸਵਾਲ ਤੁਹਾਡਾ। ਬਿਲਕੁਲ ਜੀ ਬਿਲਕੁਲ। ਅਗਲਾ ਸਵਾਲ ਹੈ ਜੀ, ਮੈਂ ਬੇਨਤੀ ਕਰਾਂਗਾ, ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ ਬਣਿਆ ਜੀ ਲੁਧਿਆਣੇ, ਇਹਦੇ ਸਾਰੇ ਇੰਡਸਟਰੀਅਲਿਸਟ ਇਹਦੇ ਵਿੱਚ ਸਾਡੇ ਮੈਂਬਰ ਹੈ, ਔਰ ਇਹਦੇ ਪ੍ਰਧਾਨ ਸਾਹਿਬ ਤੇਜਵਿੰਦਰ ਸਿੰਘ ਜੀ ਬਿਗ ਬੈਨ ਐਕਸਪੋਰਟ ਵਾਲੇ ਹੈ, ਔਰ ਇਹਦੇ ਜਨਰਲ ਸਕੱਤਰ ਸਰ ਜਸਪਾਲ ਸਿੰਘ ਜੀ ਜਨਰਲ ਸੈਕਟਰੀ, ਇਹ ਪੰਜਾਬ ਐਂਡ ਸਿੰਧ ਬੈਂਕ ਤੋਂ ਅਸਿਸਟੈਂਟ ਜਨਰਲ ਮੈਨੇਜਰ ਰਿਟਾਇਰ ਹੋਏ। ਇਹਨਾਂ ਨੂੰ ਬੇਨਤੀ ਹੈ ਕਿ ਸਵਾਲ ਹੈ ਤਾਂ ਪੁੱਟ ਅਪ ਕਰਨ ਜੀ। ਸਰ ਜਸਪਾਲ ਸਿੰਘ ਜੀ, ਰਾਮਦਾਸ ਆਰਥਿਕ ਵਿਕਾਸ ਕੇਂਦਰ, ਬੈਠੇ ਜੀ। ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਵਾਹ ਖਾਲਸਾ ਫਤਿਹ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਜਵਿੰਦਰ ਸਿੰਘ ਬੋਲ ਰਹੇ ਜੀ। ਸਿੰਘ ਸਾਹਿਬ, ਮੈਨੂੰ ਪਿੱਛੇ 5-6 ਮਹੀਨੇ ਅਮਰੀਕਾ ਫਸਿਆ ਰਿਹਾ, ਉੱਥੇ ਕਾਫੀ ਸਟੱਡੀ ਕੀਤੀ ਹੈ ਮੈਂ ਸਿੱਖੀ ਦੇ ਉੱਤੇ ਵੀ। ਇਹ ਕੁਐਸਚਨ ਹੈ ਕਿ ਉੱਥੇ ਹਰ ਬੰਦਾ ਚਾਹੁੰਦਾ ਕਿ ਸਾਡੇ ਬੱਚਿਆਂ ਨੂੰ ਕੋਈ ਗੁਰਬਾਣੀ ਸਿਖਾਏ, ਕੁਝ ਕਰੇ, ਕੋਈ ਪੰਜਾਬੀ ਦਾ ਇੱਕ ਲਫ਼ਜ਼ ਹੀ ਸਿਖਾ ਦੇਵੇ, ਤੜਾ ਉਹਦਾ ਇੱਕ ਪੰਜਾਬੀ ਦਾ ਲਫ਼ਜ਼ ਸਿੱਖਣ ਨੂੰ ਵੀ, ਜਦ ਕਿ ਕੋਈ ਉਹਨਾਂ ਨੂੰ ਲੱਭਦਾ ਨਹੀਂ। ਮੈਂ ਉੱਥੇ ਦੇਖਿਆ ਬਠਿੰਡੇ ਦੀ ਲੜਕੀ, ਮੇਰੇ ਬੱਚੇ 15 ਕੇ ਹੈਗੇ ਆ ਫੈਮਿਲੀ 'ਚ, ਉਹਨਾਂ ਨੂੰ ਜਪਜੀ ਸਾਹਿਬ ਤੇ ਸਾਰਾ ਨੇ ਸਿਖਾ ਦਿੱਤਾ 7-7 ਸਾਲ ਦੇ ਬੱਚਿਆਂ ਨੂੰ। ਉਹ ਹੋਰ ਜ਼ਿਆਦਾ ਬੱਚੇ ਨਹੀਂ ਅਡਾਪਟ ਕਰ ਸਕਦੀ। ਇਸ ਤਰ੍ਹਾਂ ਹਰ ਘਰ ਦੇ ਵਿੱਚ ਬੱਚੇ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਬਚਪਨ ਤੋਂ ਕੋਈ ਸ਼ੁਰੂ ਕਰੇ, ਕੋਈ ਕੀਰਤਨ ਦੀ ਕਲਾਸ ਐਸੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਜਿਹੜੀ ਉਹਨਾਂ ਨੂੰ ਕੀਰਤਨ ਦਾ ਉਪਰਾਲਾ ਕਰੇ, ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਵਿੱਚ ਵੀ। ਪਰ ਇੱਕ ਸਭ ਤੋਂ ਜ਼ਰੂਰੀ ਹੈ ਕਿ ਬੱਚੇ ਨੂੰ ਸ਼ੁਰੂ 'ਚ ਕਾਬੂ ਕੀਤਾ ਜਾਏ, ਔਰ ਉੱਥੇ ਦੀ ਹਰ ਸੰਸਥਾ ਬੱਚੇ ਦੇ ਉੱਤੇ ਅੱਖ ਰੱਖਦੀ ਆ। ਮੈਕਡੋਨਲਡ ਵਾਲੇ ਨੇ ਜੇ ਬਰਗਰ ਵੇਚਣਾ, ਉਹਨੇ ਕਿਡ ਫੂਡ ਬਣਾਇਆ, 3 ਸਾਲ ਦੇ ਬੱਚੇ ਤੋਂ ਸ਼ੁਰੂ ਕਰ ਲੈਂਦਾ। ਗੋਰੇ 3 ਸਾਲ ਤੋਂ ਜਿਹੜਾ ਬਰਗਰ ਖਾਂਦੇ ਸੀ, 80 ਸਾਲ ਦਾ ਗੋਰਾ ਅੱਜ ਤੱਕ ਉਹੀ ਖਾਈ ਜਾਂਦਾ ਮੈਕਡੋਨਲਡ, ਕਿਉਂਕਿ ਉਹਨਾਂ ਨੇ ਤੀਜੇ ਸਾਲ 'ਚ ਉਹਨੂੰ ਫੜ ਲਿਆ ਸੀ। ਇਸੇ ਤਰ੍ਹਾਂ ਬੱਚਿਆਂ ਨੂੰ ਐਨੀਮੇਸ਼ਨ ਵਾਲੇ ਬਹੁਤ ਨੇ, ਉਹ ਆਪਣਾ ਕੋਈ ਬਾਰਬੀ ਡਾਲ ਬੱਚੇ ਨੂੰ ਸਿਖਾ ਦਿੰਦਾ, ਕੋਈ ਪਾਂਡਾ ਸਿਖਾ ਦਿੰਦਾ, ਉਹ ਜੰਮਦਿਆਂ ਨੂੰ ਤੀਜੇ ਚੌਥੇ ਸਾਲ ਹੀ ਸਿਖਾ ਦਿੰਦੇ ਆ, ਉਹ 20 ਸਾਲ ਤੱਕ ਉਹਦੇ ਨਾਲ ਹੀ ਖੇਡਦਾ, ਫਿਰ ਉਹਨੂੰ ਉਹੀ ਸਪੈਸਿਫਿਕ ਸਵਾਲ ਪੁੱਟ ਕਰੋ। ਤੇ ਇਸ ਤਰ੍ਹਾਂ ਦਾ ਕੋਈ ਕੀਰਤਨ ਸਿਖਾਉਣ ਦਾ ਉਪਰਾਲਾ ਆਰਗੇਨਾਈਜ਼ ਤਰੀਕੇ ਨਾਲ ਜੇ ਆਪਣੇ ਅਕਾਲ ਤਖ਼ਤ ਸਾਹਿਬ ਵੱਲੋਂ ਹੋ ਜਾਏ ਤੇ ਬਿਲਕੁਲ ਹੋ ਸਕਦਾ ਜੀ, ਹੋ ਸਕਦਾ, ਬਿਲਕੁਲ ਹੋ ਸਕਦਾ, ਬਿਲਕੁਲ ਹੋ ਸਕਦਾ। ਬਹੁਤ ਜ਼ਰੂਰੀ ਹੈ, ਹਰ ਬੰਦਾ ਤਿਆਰ ਹੈ, ਔਰ ਬਚਪਨ ਤੋਂ ਹੀ ਸ਼ੁਰੂ ਹੋ ਜਾਏ। ਬਿਲਕੁਲ ਜੀ ਬਿਲਕੁਲ। ਸੈਕਿੰਡ, ਅਸੀਂ ਆਰਥਿਕ ਵਿੰਗ ਵੱਲੋਂ ਵੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਸਿੱਖ ਬੱਚਿਆਂ ਨੂੰ ਹਮੇਸ਼ਾ ਕੋਈ ਨਾ ਕੋਈ ਆਰਗੇਨਾਈਜ਼ ਤਰੀਕੇ ਨਾਲ ਇੰਡਸਟਰੀ 'ਚ ਲਿਆਈਏ। ਇਹਦੇ ਅਸੀਂ ਸੈਮੀਨਾਰ ਵੀ ਕਰਦੇ ਹਾਂ, ਕਾਫੀ ਮੇਲਾ ਵੀ ਲਗਾਉਂਦੇ ਹਾਂ, ਸਾਡਾ ਚੈਂਬਰ ਆਫ ਇੰਡਸਟਰੀ ਵੀ ਹੈ ਇੱਕ, ਔਰ ਅਸੀਂ ਇਹਦੇ ਸੈਮੀਨਾਰ ਕੀਤੇ ਵੀ ਹੈ, ਫਤਿਹ ਸਿੰਘ ਕਾਲਜ ਵਿੱਚ ਵੀ ਕੀਤਾ ਸੀ, ਬੰਦਾ ਬਹਾਦਰ ਕਾਲਜ ਵਿੱਚ ਵੀ, ਤੇ ਸੁਧਾਰ ਕਾਲਜ ਵਿੱਚ ਵੀ ਕੀਤੇ ਸੀ। ਤੇ ਇਸ ਤਰ੍ਹਾਂ ਦੇ ਉਪਰਾਲੇ ਸਾਡੀ ਇੰਡਸਟਰੀ 'ਚ ਬਹੁਤ ਜ਼ਿਆਦਾ ਲੋੜ ਵੀ ਹੈ, ਔਰ ਇੰਡਸਟਰੀ ਨੂੰ ਲੋੜ ਹੈ ਕਿ ਕੋਈ ਇਮਾਨਦਾਰ ਸਿੱਖ ਬੱਚੇ ਮਿਲਣ ਜਿਹੜੇ ਅੱਗੋਂ ਕੰਮ ਸਾਡੇ ਨਾਲ ਹੱਥ ਜੋੜ ਕੇ ਕਰ ਸਕਣ। ਬਹੁਤ ਇਮਾਨਦਾਰ ਲੋਕ ਵੀ ਨਹੀਂ ਮਿਲਦੇ, ਕੋਈ ਐਸਾ ਪਲੇਟਫਾਰਮ ਹੋਵੇ ਜਿੱਥੇ ਇੱਕ ਟੈਸਟਿਡ ਹੋਵੇ, ਲੋਕਾਂ ਨੂੰ ਹੋਵੇ ਵੀ ਇਹ ਗੁਰਸਿੱਖ ਬੱਚਾ ਹੈ। ਇਹ ਸ਼ਾਰਟ ਕਰਕੇ ਸਵਾਲ ਕੋਈ ਐਦਾ ਕਰ ਲਓ, ਕੋਈ ਸਵਾਲ ਐਦਾ ਕਰ ਲਓ। ਬਸ ਮੇਰਾ ਮੇਨ ਸਵਾਲ ਇਹੀ ਹੈ ਕਿ ਕੀਰਤਨ ਦੀਆਂ ਕਲਾਸਾਂ ਦਾ ਉਪਰਾਲਾ ਬਿਲਕੁਲ ਠੀਕ ਹੈ ਜੀ, ਹੋ ਸਕਦਾ ਜੀ, ਕੋਸ਼ਿਸ਼ ਕਰਾਂਗੇ। ਜਸਪਾਲ ਜੀ ਸਵਾਲ ਹੈਗਾ ਤੁਹਾਡਾ? ਜਸਪਾਲ ਜੀ, ਸਰ ਜਸਪਾਲ ਸਿੰਘ ਜਨਰਲ ਸਕੱਤਰ। ਹਾਂਜੀ ਨੈਕਸਟ, ਹਾਂਜੀ ਪੁੱਛ ਲਓ। ਮੈਂ ਬੇਨਤੀ ਕਰਾਂਗਾ ਜੀ, ਹੁਣ ਇੱਕ ਦੋ ਸਵਾਲ ਹੋਰ ਹੀ ਕਰਨੇ ਆ ਕਿ ਸਿੰਘ ਸਾਹਿਬ ਨੇ ਜਾਣਾ ਹੈ। ਡਾਕਟਰ ਬਲਵਿੰਦਰਪਾਲ ਸਿੰਘ ਜੀ ਸਾਡੇ ਮੁੱਖ ਸੰਪਾਦਕ ਹੈਗੇ ਨੇ, ਇਹ ਰਿਟਾਇਰਡ ਐਚਓ ਹੈਡ ਆਫ ਡਿਪਾਰਟਮੈਂਟ ਇਕਨੋਮਿਕਸ ਡਿਪਾਰਟਮੈਂਟ ਗੁਰੂਸਰ ਸੁਧਾਰ ਕਾਲਜ, ਔਰ ਸਾਡੇ ਮੈਗਜ਼ੀਨ ਦੇ ਚੀਫ ਐਡੀਟਰ ਹੈਗੇ ਨੇ। ਉਹਨਾਂ ਨੂੰ ਬੇਨਤੀ ਹੈ, ਇਹਨਾਂ ਨੇ ਸਿੰਘ ਸਾਹਿਬ ਜਿਹੜੀ PhD ਕੀਤੀ ਹੈ ਉਹ ਇਕਨੋਮਿਕ ਫਿਲਾਸਫੀ ਆਫ ਗੁਰੂ ਗ੍ਰੰਥ ਸਾਹਿਬ ਤੇ ਕੀਤੀ ਹੈ, ਇਸ ਟੌਪਿਕ ਤੇ। ਉਹਨਾਂ ਨੂੰ ਬੇਨਤੀ ਹੈ ਕਿ ਸਵਾਲ ਹੈ ਤੇ ਕਰਨ ਜੀ। ਡਾਕਟਰ ਬਲਵਿੰਦਰਪਾਲ ਸਿੰਘ ਜੀ। ਡਾਕਟਰ ਬਲਵਿੰਦਰਪਾਲ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ ਜੀ, ਫਤਿਹ ਜੀ। ਬਹੁਤ ਆਨੰਦ ਆਇਆ ਜੀ ਤੁਹਾਡਾ ਵਿਚਾਰ ਸਾਰੇ ਸੁਣ ਕੇ। ਅੱਜ ਦੁਨੀਆ ਦੇ ਵਿੱਚ ਬੈਠਾ ਸਿੱਖ ਆਪਣੀਆਂ ਆਰਥਿਕ, ਸਮਾਜਿਕ, ਅਕਾਦਮਿਕ, ਰਾਜਨੀਤਿਕ ਤੇ ਵਿਚਾਰਧਾਰਕ ਲੋੜਾਂ ਤੇ ਸਵਾਲਾਂ ਦੇ ਜਵਾਬ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਦੇਖ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਹੋਰਨਾਂ ਪ੍ਰਬੰਧਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ਿਆਂ ਦੇ ਮਾਹਿਰਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੇ ਪੈਨਲ ਬਣਾ ਕੇ ਪੰਥਕ ਸੰਤੁਲਿਤ ਰਾਏ ਬਣਾਉਣ ਲਈ ਕੋਈ ਐਸਾ ਪ੍ਰਬੰਧ ਕਰਨ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ? ਹਾਂ ਬਿਲਕੁਲ ਹੋ ਸਕਦਾ ਹੈ, ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਜ਼ਰੂਰ ਯਤਨ ਹੋਣੇ ਵੀ ਚਾਹੀਦੇ ਆ। ਕੋਸ਼ਿਸ਼ ਕਰਦੇ ਹਾਂ ਕਿ ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੇ ਪੈਨਲ ਬਣਾ ਕੇ ਇਸ ਤਰ੍ਹਾਂ ਦਾ ਸਿਸਟਮ ਆਜ਼ਾਦ ਕੀਤਾ ਜਾਏ ਜਿਹਦੇ ਨਾਲ ਹਰ ਸਿੱਖ ਜਿਹੜਾ ਹੈ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ। ਮੋਰਚਾ ਲੱਗਿਆ ਸੀ ਜੀ, ਧਰਮ ਯੁੱਧ ਮੋਰਚਾ, ਉਦੋਂ ਲੌਂਗੋਵਾਲ ਸਾਹਿਬ ਨੇ ਉਦੋਂ ਉੱਤੇ ਲੰਗਰ ਜਿਹੜੀ ਵਾਲੀ ਬਿਲਡਿੰਗ ਹੈ ਉਹਦੇ ਉੱਤੇ ਉਦੋਂ ਉਹਨਾਂ ਨੇ ਸਾਰੇ ਸਿੱਖ ਫੌਜੀ, ਸਿੱਖ ਕਿਸਾਨ, ਸਿੱਖ
ਵਿਦਿਅਕ ਮਾਹਿਰ ਤੇ ਸਾਰਿਆਂ ਦੀਆਂ ਉਦੋਂ ਉਹਨਾਂ ਨੇ ਮੀਟਿੰਗਾਂ ਬੁਲਾਈਆਂ ਸਨ ਬਹੁਤ ਸਾਰੀਆਂ। ਤੋ ਜੀ। ਇਸੇ ਤਰ੍ਹਾਂ ਜਿਹੜਾ ਇੱਕ ਸਾਰੇ ਮਾਹਿਰਾਂ ਦੀਆਂ ਜਿਹੜੀਆਂ ਨੇ ਵਿਸ਼ੇਸ਼ ਬੁਲਾ ਕੇ ਤੇ ਹਾਂਜੀ ਬਿਲਕੁਲ ਬਿਲਕੁਲ ਜੀ, ਤੁਹਾਡਾ ਸਾਰੇ ਵੀਰਾਂ ਦਾ ਸਹਿਯੋਗ ਵੀ ਲਵਾਂਗੇ ਤੇ ਕਰਾਂਗੇ ਜੀ। ਧੰਨਵਾਦ ਸਿੰਘ ਸਾਹਿਬ। ਇਹ ਜਿਹੜਾ ਮੈਂ ਚੈਟ ਥੋੜਾ ਜਿਹਾ ਕਰ ਸਕਦਾ ਤੁਹਾਡੀ ਹੁਕਮ ਮੁਤਾਬਕ, ਬਹੁਤ ਸਾਰੇ ਰਿਟਾਇਰਡ ਜਿਹੜੇ ਸਾਡੇ ਬੈਂਕਰਸ ਹੈਗੇ, ਚੇਅਰਮੈਨ ਜਾਂ ਜਨਰਲ ਮੈਨੇਜਰ ਰਿਟਾਇਰ ਹੈਗੇ, IAS PCS ਜਾਂ IRS, ਉਹਨਾਂ ਨੂੰ ਅਸੀਂ ਸਟੱਡੀ ਸਰਕਲ ਜਿਹੜਾ ਬਹੁਤ ਨੇੜੋਂ ਜਾਣਦਾ ਜੀ। ਉਹਨਾਂ ਨੇ ਕਈ ਵਾਰੀ ਗੱਲਾਂ 'ਚ ਕਿਹਾ ਕਿ ਜੇ ਅਕਾਲ ਤਖਤ ਆਵਾਜ਼ ਮਾਰੇ ਤੇ ਅਸੀਂ ਬਿਲਕੁਲ ਫ੍ਰੀ, ਕੋਈ ਤਨਖਾਹ ਨਹੀਂ ਦੇਵਾਂਗੇ। ਤੁਸੀਂ ਇਹਨਾਂ ਦੀ ਲਿਸਟਾਂ ਬਣਾਓ, ਆਪਾਂ ਮੀਟਿੰਗ ਰੱਖਾਂਗੇ ਜੀ। ਹਾਂ, ਲਿਸਟਾਂ ਬਣਾਓ, ਆਪਾਂ ਮੀਟਿੰਗ ਜ਼ਰੂਰ ਰੱਖਾਂਗੇ ਜੀ।